TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਨੂੰ ਵਿਚਾਰੀਏ। ਪੰਜਾਬ ਵਿੱਚ ਵੋਟਰਾਂ ਦਾ ਕੀ ਰਿਹਾ ਮੂਡ ਅਤੇ ਪ੍ਰਤੀਸ਼ਤਤਾ ਦੇ ਕੀ ਨੇ ਮਾਇਨੇ ਅਤੇ ਕਿੱਥੇ ਕਿੰਨੀਆਂ ਪਈਆਂ ਵੋਟਾਂ, ਕਰਾਂਗੇ ਵਿਸਥਾਰ ਨਾਲ ਗੱਲ। ਕਈ ਪਿੰਡਾਂ ਦੇ ਵੋਟਰਾਂ ਨੇ ਕੀਤਾ ਇਹਨਾਂ ਚੋਣਾਂ ਦਾ ਮੁਕੰਮਲ ਬਾਈਕਾਟ। ਖੰਨਾ ਤੇ ਭੁੱਚੋ ਵਿੱਚ ਵੋਟਾਂ ਪਾਉਣ ਆਏ 2 ਵਿਅਕਤੀਆਂ ਦੀ ਹੋਈ ਮੌਤ। ਰਾਜਸਥਾਨ ਦੇ ਕੋਟਾ ਵਿੱਚ ਵਾਪਰਿਆ ਭਿਆਨਕ ਹਾਦਸਾ, ਕਾਰ ਨਦੀ ਵਿੱਚ ਡਿੱਗੀ, ਲਾੜੇ ਸਮੇਤ 9 ਵਿਅਕਤੀ ਹਲਾਕ ਅਤੇ ਕੁਝ ਹੋਰ ਜਾਣਕਾਰੀਆਂ। ਦੋਸਤੋ, ਇਹ ਸਾਰੀਆਂ ਵਿਸਥਾਰ ਨਾਲ ਵਿਚਾਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ, ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਦੇਖਣ ਤੋਂ ਬਾਅਦ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਸਾਰੀਆਂ ਘਟਨਾਵਾਂ ਨੂੰ ਵਿਸਥਾਰ ਨਾਲ ਵਿਚਾਰੀਏ। ਸਭ ਤੋਂ ਪਹਿਲਾਂ ਕੱਲ ਪੰਜਾਬ ਦੇ ਵਾਸਤੇ, ਪੰਜਾਬੀਆਂ ਦੇ ਵਾਸਤੇ ਇੱਕ ਵੱਡਾ ਦਿਨ ਸੀ। ਲਗਾਤਾਰ ਧੂਆਂਧਾਰ ਚੋਣ ਪ੍ਰਚਾਰ ਹੁੰਦਾ ਰਿਹਾ। ਬਹੁਤ ਕੁਝ ਝੂਠ ਸੁਣਿਆ ਤੁਸੀਂ, ਬਹੁਤ ਲਾਰੇ ਲੱਗਦੇ ਵੇਖੇ ਸੁਣਿਆ ਤੁਸੀਂ, ਪਰ ਲੱਗਦਾ ਸੀ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੰਜਾਬ ਦਾ ਵੋਟਰ, ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਆ, ਬਹੁਤ ਉਤਸ਼ਾਹ ਨਾਲ ਵੋਟਾਂ ਪਾਉਣਗੇ। ਇਹ ਸਭ ਕੁਝ ਸੁਣਨ ਦੇ ਬਾਵਜੂਦ, ਲਾਰਿਆਂ ਦੀ ਭਰਮਾਰ ਦੇ ਬਾਵਜੂਦ, ਪੰਜਾਬ ਦਾ ਵੋਟਰ ਪਿਛਲੀਆਂ ਵਿਧਾਨ ਸਭਾ ਚੋਣਾਂ ਜਿੰਨਾ ਵੋਟਿੰਗ ਕਰਨ ਵਾਸਤੇ ਘਰਾਂ ਦੇ ਵਿੱਚੋਂ ਨਿਕਲਿਆ ਨਹੀਂ, ਜਾਂ ਇਹ ਆਖ ਸਕਦਾ ਕਿ ਪਿਛਲਾ ਰਿਕਾਰਡ ਤੋੜਿਆ ਨਹੀਂ। ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ ਨੇ। ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਂਦੀਆਂ ਰਹੀਆਂ। ਪੰਜਾਬ ਦੇ 2 ਕਰੋੜ ਤੇ ਲਗਭਗ 14 ਲੱਖ ਤੋਂ ਜ਼ਿਆਦਾ ਵੋਟਰ ਸੀ। ਉਹਨਾਂ ਨੇ 1304 ਉਮੀਦਵਾਰਾਂ ਦੀ ਕਿਸਮਤ EVM ਮਸ਼ੀਨਾਂ ਦੇ ਵਿੱਚ ਬੰਦ ਕਰ ਦਿੱਤੀ ਹੈ। ਭਾਵੇਂ ਹੁਣ ਥੋੜਾ ਬਹੁਤਾ ਆਰਾਮ ਕਰ ਲੈਣਗੇ ਕਿਉਂਕਿ ਗਲੇ ਉਹਨਾਂ ਦੇ ਬੈਠੇ ਪਏ ਸੀ, ਪਰ 10 ਮਾਰਚ ਤੱਕ ਧੜਕਣਾਂ ਉਹਨਾਂ ਦੀਆਂ ਤੇਜ਼ ਹੁੰਦੀਆਂ ਰਹਿਣਗੀਆਂ ਤੇ 10 ਮਾਰਚ ਤੱਕ ਇਹ ਫੀਲ ਲੈਂਦੇ ਰਹਿਣਗੇ ਕਿ ਮੈਂ ਵੀ MLA ਹਾਂ, ਕਿ ਮੈਂ ਵੀ MLA ਹਾਂ। ਪੰਜਾਬ ਦੇ ਵਿੱਚ ਜਿਹੜੀ ਇਹ ਵੋਟਿੰਗ ਹੋਈ ਹੈ, ਇਹ 63.94%, ਭਾਵ 64% ਦੇ ਨੇੜੇ ਤੇੜੇ ਲੋਕਾਂ ਨੇ ਵੋਟ ਪੋਲ ਕੀਤੀ, ਜਦੋਂ ਕਿ 2017 ਦੇ ਵਿੱਚ ਇਹ 77.40% ਰਿਹਾ ਸੀ। ਪਿਛਲੀ ਵਾਰ ਦੇ ਨਾਲੋਂ ਇਹ ਫੀਸਦ ਘੱਟ ਹੈ। ਉੱਥੇ ਹੀ ਜੇ ਵੱਖੋ ਵੱਖ ਜ਼ਿਲ੍ਹਿਆਂ ਦੇ ਉੱਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਮਾਨਸਾ ਦੇ ਲੋਕਾਂ ਨੇ ਵੋਟਾਂ ਪੋਲ ਕੀਤੀਆਂ ਨੇ। ਉਹਨਾਂ ਨੇ ਝੰਡੀ ਚੁੱਕੀ ਹੈ, ਉਹਨਾਂ ਨੇ ਝੰਡੀ ਪੁੱਟੀ ਹੈ। ਉੱਥੇ ਤਕਰੀਬਨ 75% ਵੋਟਾਂ ਲੋਕਾਂ ਨੇ ਪਾਈਆਂ ਨੇ। ਪਿਛਲੀ ਵਾਰ ਵੀ ਇਹ ਜ਼ਿਲ੍ਹਾ ਸਭ ਤੋਂ ਮਿੱਤੀ ਰਿਹਾ ਸੀ। ਪਿਛਲੀ ਵਾਰ 2017 ਦੇ ਵਿੱਚ ਇੱਥੇ 87.34% ਲੋਕਾਂ ਨੇ ਵੋਟਾਂ ਪਾਈਆਂ ਸੀ। ਪਿਛਲੀਆਂ ਚੋਣਾਂ ਵਿੱਚ ਵੀ ਤੇ ਇਹਨਾਂ ਚੋਣਾਂ ਵਿੱਚ ਵੀ ਮਾਨਸਾ ਵਾਲੇ ਲੋਕਾਂ ਦੀ ਝੰਡੀ ਰਹੀ। ਪਰ ਮੋਹਾਲੀ, ਜਿਹਨੂੰ ਆਪਾਂ ਪੜ੍ਹਿਆ ਲਿਖਿਆ ਇਸ ਕਰਕੇ ਆਖ ਸਕਦੇ ਹਾਂ ਕਿਉਂਕਿ ਨੌਕਰੀ ਪੇਸ਼ੇ ਵਾਲੇ ਲੋਕ, ਪ੍ਰੋਫੈਸ਼ਨਲ ਲੋਕ ਪੰਜਾਬ ਦੇ ਵੱਖੋ ਵੱਖ ਪਿੰਡਾਂ, ਸ਼ਹਿਰਾਂ ਤਾਂ ਜ਼ਿਲ੍ਹਿਆਂ ਤੋਂ ਮੋਹਾਲੀ ਦੇ ਵਿੱਚ ਆ ਕੇ ਵਸੇ ਹੈ, ਪਰ ਉਹਨਾਂ ਨੇ ਨਿਰਾਸ਼ ਕੀਤਾ ਹੈ। ਸਭ ਤੋਂ ਘੱਟ ਪੋਲਿੰਗ ਮੋਹਾਲੀ ਵਿੱਚ ਹੋਈ ਹੈ। 53.10% ਵੋਟਿੰਗ ਮੋਹਾਲੀ ਜ਼ਿਲ੍ਹੇ ਵਿੱਚ ਹੋਈ। ਪਿਛਲੀ ਵਾਰ ਮੋਹਾਲੀ ਜ਼ਿਲ੍ਹੇ ਵਿੱਚ ਵੀ ਲਗਭਗ 72%, 71.97% ਵੋਟਾਂ ਸੀ। ਇਸ ਤਰ੍ਹਾਂ ਮੁਕਤਸਰ ਸਾਹਿਬ ਦੀ ਜੇਕਰ ਗੱਲ ਕਰੀਏ, ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਹਲਕੇ ਵਿੱਚ ਇਸ ਵਾਰ ਵੀ ਸਭ ਤੋਂ ਜ਼ਿਆਦਾ ਪੋਲਿੰਗ ਹੋਈ ਹੈ। ਤਕਰੀਬਨ 78%, 77.80% ਵੋਟਾਂ ਪਈਆਂ ਨੇ। ਪਿਛਲੀ ਵਾਰ ਇਹ ਹਲਕੇ ਦੇ ਵਿੱਚ 99.02% ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਾਉਣ ਵਾਲਾ ਇਹ ਹਲਕਾ ਸੀ। ਅੰਮ੍ਰਿਤਸਰ ਸਾਊਥ ਦੇ ਵੋਟਰ ਇਸ ਵਾਰ ਵੀ ਜ਼ਿਆਦਾ ਗਿਣਤੀ ਵਿੱਚ ਘਰੋਂ ਕੱਢੇ ਨਹੀਂ ਜਾ ਸਕੇ ਜਾਂ ਨਿਕਲੇ ਨਹੀਂ। ਉੱਥੇ ਸਿਰਫ 48.6% ਵੋਟਾਂ ਪਈਆਂ ਨੇ। ਪਿਛਲੀ ਵਾਰ ਉੱਥੇ 60.04% ਲੋਕਾਂ ਨੇ ਵੋਟ ਪਾਈ ਸੀ। ਹੁਣ ਇਹ ਦੇਖੋ ਕਿ ਆਹ ਪ੍ਰਤੀਸ਼ਤ ਹੈ, ਇਹ ਲੱਗਦਾ ਹੈ ਕਿ ਬਦਲਾਅ ਵਾਲੀ ਹੈ, ਤਬਦੀਲੀ ਵਾਲੀ ਹੈ। ਇਹਦੇ ਤੇ ਆਪਾਂ ਗੱਲ ਕਰਦੇ ਹਾਂ, ਪਰ ਉਹਦੇ ਤੋਂ ਪਹਿਲਾਂ ਕਿ ਚੈਂਪੀਅਨ ਸਭ ਤੋਂ ਵੱਧ ਜਿੱਥੇ ਵੋਟਿੰਗ ਹੋਈ 75.24% ਨਾਲ ਮਾਨਸਾ ਸਭ ਤੋਂ ਪਹਿਲੇ ਨੰਬਰ ਤੇ ਰਿਹਾ। ਜੇਕਰ ਆਪਾਂ ਹਲਕੇ ਦੀ ਗੱਲ ਕਰੀਏ ਤਾਂ ਗਿੱਦੜਬਾਹਾ ਰਿਹਾ, ਜਿੱਥੇ 77.80% ਲੋਕਾਂ ਨੇ ਵੋਟ ਪਾਈ ਹੈ। ਇਹ ਟੌਪ ਤੇ ਰਹੇ ਹੈ। ਜਿਨ੍ਹਾਂ ਨੇ ਨਿਰਾਸ਼ ਕੀਤਾ, ਮੈਂ ਮੋਹਾਲੀ ਦਾ ਜ਼ਿਕਰ ਕਰ ਰਿਹਾ ਸੀ,
कि सब तो घट जिला मोहाली 53.10% ਨਾਲ ਸਭ ਤੋਂ ਪਛੜਿਆ ਆਖਿਆ ਜਾ ਸਕਦਾ ਹੈ। ਤੇ ਅੰਮ੍ਰਿਤਸਰ ਸਾਊਥ ਜੇਕਰ ਆਪਾਂ ਹਲਕੇ ਦੀ ਗੱਲ ਕਰੀਏ ਤਾਂ ਸਭ ਤੋਂ ਘੱਟ ਵੋਟਾਂ ਅੰਮ੍ਰਿਤਸਰ ਸਾਊਥ ਦੇ ਲੋਕਾਂ ਨੇ ਪਾਈਆਂ 48.06% ਵੋਟਾਂ ਉੱਥੋਂ ਦੇ ਲੋਕਾਂ ਨੇ ਪਾਈਆਂ ਨੇ। ਤੇ ਜੇਕਰ ਵੋਟਿੰਗ ਦਾ ਉਤਸ਼ਾਹ ਵੇਖੀਏ ਬਹੁਤ ਸਾਰੇ ਲੋਕ ਸੀ, ਕਿਸੇ ਨੇ 77 ਵਰਿਆਂ ਦੇ ਹੋ ਕੇ ਪਹਿਲੀ ਵਾਰੀ ਵੋਟ ਪਾਈ ਆ, ਕਿਸੇ ਨੇ 76 ਵਰਿਆਂ ਦੇ ਹੋ ਕੇ ਪਹਿਲੀ ਵਾਰੀ ਵੋਟ ਪਾਈ ਹੈ। ਪਰ ਰੋਪੜ ਦੇ ਮੋਰਿੰਡਾ ਦੇ ਵਾਰਡ ਨੰਬਰ 15 ਦੇ ਬੂਥ ਨੰਬਰ 170 ਤੇ ਸਭ ਤੋਂ ਉਮਰ ਦਰਾਜ ਭਾਵ 123 ਵਰਿਆਂ ਦੀ ਬੇਬੇ ਵੇਦਵਤੀ ਬੇਦੀ ਨੇ ਵੋਟ ਪਾ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ। ਪਰ ਇਸ ਬੇਬੇ ਵੱਲ ਦੇਖ ਕੇ ਉਹ ਲੋਕ ਥੋੜਾ ਬਹੁਤ ਜ਼ਰੂਰ ਸੋਚਣ ਕਿ 123 ਵਰਿਆਂ ਦੀ ਬੇਬੇ ਵੋਟ ਪਾਉਣ ਵਾਸਤੇ ਨਿਕਲੀ, ਉਹਨੇ ਆਪਣਾ ਭਵਿੱਖ ਆਪਣੇ ਹੱਥੀਂ ਲਿਖਿਆ। ਪਰ ਜਿਹੜੇ ਆ ਤੁਸੀਂ ਦੇਖੋ ਕਿਤੇ 48% ਵੋਟਿੰਗ ਹੋਈ ਆ, ਪਰ 52% ਲੋਕ ਵੋਟ ਪਾਉਣ ਨਿਕਲੇ ਹੀ ਨਹੀਂ। ਉਹ ਕਿਵੇਂ ਕੱਲ ਨੂੰ ਕਹਿਣਗੇ ਕਿ ਆਹ ਸਰਕਾਰ ਚੰਗੀ ਨਹੀਂ, ਆਹ MLA ਚੰਗਾ ਨਹੀਂ, ਉਹ ਮੰਤਰੀ ਚੰਗਾ ਨਹੀਂ, ਆਹ ਨੀਤੀ ਚੰਗੀ ਨਹੀਂ, ਉਹਦੀ ਨੀਅਤ ਚੰਗੀ ਨਹੀਂ। ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਨੇ ਉਹ ਲੋਕ ਜਿਹੜੇ ਸੱਚਮੁੱਚ ਇਹਦਾ ਹਿੱਸਾ ਨਹੀਂ ਬਣਦੇ। ਹੁਣ ਪੰਜਾਬ ਦੇ ਵਿੱਚ ਕਦੋਂ ਕਿੰਨੀ ਵੋਟਿੰਗ ਹੁੰਦੀ ਰਹੀ, ਆਪਾਂ ਸਭ ਤੋਂ ਪਹਿਲੀਆਂ ਚੋਣਾਂ ਤੋਂ ਲਾ ਕੇ ਅੱਜ ਤੱਕ ਜਿਹੜੀਆਂ 1951 ਤੋਂ ਸ਼ੁਰੂ ਕਰਕੇ 2022 ਤੱਕ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉੱਥੇ ਤੱਕ ਆਵਾਂਗੇ। 1951 ਦੇ ਵਿੱਚ 57.85%, 1957 ਦੇ ਵਿੱਚ ਇਹ ਤਕਰੀਬਨ ਪੌਣੇ 58% ਸੀ, 57.72%। 1967 ਦੀਆਂ ਚੋਣਾਂ ਦੇ ਵਿੱਚ 71.18%, 1969 ਦੀ ਚੋਣ ਵੇਲੇ ਲਗਭਗ 72%, 72.27%। ਤੇ ਫਿਰ 1972 ਦੇ ਵਿੱਚ 68.63%, 1977 ਦੇ ਵਿੱਚ 65.37%, 1980 ਦੇ ਵਿੱਚ 64.33%, 1985 ਦੇ ਵਿੱਚ 67.53%, 1992 ਦੇ ਵਿੱਚ ਅਕਾਲੀ ਦਲ ਨੇ ਉਹਨਾਂ ਚੋਣਾਂ ਦਾ ਬਾਈਕਾਟ ਕੀਤਾ ਸੀ, ਪਰ ਲੋਕਾਂ ਨੇ ਚੋਣਾਂ ਦੇ ਵਿੱਚ ਬਹੁਤੀ ਦਿਲਚਸਪੀ ਵੀ ਨਹੀਂ ਵਿਖਾਈ ਸੀ। ਤਕਰੀਬਨ ਪੌਣੇ 24% ਲੋਕਾਂ ਨੇ ਵੋਟਾਂ ਪਾਈਆਂ ਸੀ। 1997 ਦੇ ਵਿੱਚ ਜਦੋਂ ਚੋਣਾਂ ਹੋਈਆਂ ਤਾਂ ਤਕਰੀਬਨ ਪੌਣੇ 69%, 68.73%। 2002 ਦੀ ਚੋਣ ਦੇ ਵਕਤ 65.14%, 2007 ਦੇ ਵਿੱਚ 75.49%, ਭਾਵ ਤਕਰੀਬਨ 75.5% ਲੋਕਾਂ ਨੇ ਆਪਣੇ ਇਸ ਜਮਹੂਰੀਅਤ ਦੇ ਹੱਕ ਦਾ ਇਸਤੇਮਾਲ ਕੀਤਾ ਸੀ। 2012 ਦੀ ਚੋਣ ਦੇ ਵਿੱਚ 78.30%, 2017 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਜਿਹੜੇ ਵੋਟਰ ਸਨ ਉਹਨਾਂ ਦੇ ਵਿੱਚੋਂ 77.40% ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ। ਪਰ ਪਿਛਲੀ ਵਾਰ ਦਾ ਰਿਕਾਰਡ 2022 ਦੇ ਵਿੱਚ ਲੋਕ ਤੋੜ ਨਾ ਸਕੇ। ਵੋਟਰ ਜੇ ਆਪਾਂ ਕੁੱਲ ਨਜ਼ਰ ਮਾਰਦੇ ਹਾਂ ਤਾਂ 2,14,99,804 ਕੁੱਲ ਰਜਿਸਟਰਡ ਵੋਟਰ ਸੀ। ਇਹਨਾਂ ਦੇ ਵਿੱਚੋਂ ਜਿਹੜੇ ਪੁਰਸ਼ ਵੋਟਰ ਸੀ ਉਹ 1,12,98,081 ਸਨ। ਮਹਿਲਾ ਵੋਟਰਾਂ ਦੀ ਗਿਣਤੀ 1,02,0996 ਸੀ। ਜਿਹੜੇ ਥਰਡ ਜੈਂਡਰ ਵੋਟਰ ਸਨ ਉਹਨਾਂ ਦੀ ਗਿਣਤੀ 727 ਸੀ। ਪਰ ਹੁਣ ਕੀ ਸੱਚਮੁੱਚ ਵੱਡੇ ਵੱਡੇ ਥੰਮ ਲੋਕ ਸੁੱਟ ਲੈਣਗੇ? ਕਿਉਂਕਿ ਉਹਨਾਂ ਦੀ ਵੀ ਇਸ ਵਕਤ ਇੱਜ਼ਤ ਦਾਅ ਤੇ ਲੱਗੀ ਹੋਈ ਹੈ। ਜਿਹੜੇ ਧੁਰੰਤਰ ਆਪਣੇ ਆਪ ਨੂੰ ਆਖਦੇ ਨੇ ਦਿੱਗਜ, ਜਿਹੜੇ ਉਹਨਾਂ ਦੇ ਹਲਕਿਆਂ ਦੇ ਵਿੱਚ ਕਿੰਨਾ ਕੁ ਲੋਕਾਂ ਦੇ ਵਿੱਚ ਉਤਸ਼ਾਹ ਸੀ। ਸਭ ਤੋਂ ਉਮਰਦਰਾਜ 5 ਵਾਰ ਮੁੱਖ ਮੰਤਰੀ ਚੁਣੇ ਗਏ ਸਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਤੇ ਜੇਕਰ ਨਜ਼ਰ ਮਾਰੀਏ, ਲੰਬੀ ਹਲਕੇ ਦੇ ਵੋਟਰਾਂ ਨੇ 72.4% ਵੋਟ ਸ਼ੇਅਰ ਦਰਜ ਕੀਤਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ, ਇੱਥੇ ਵੋਟਾਂ ਬਹੁਤ ਘੱਟ ਪਈਆਂ ਨੇ। 59.5% ਲੋਕਾਂ ਨੇ ਵੋਟ ਪਾਉਣ ਦੇ ਵਾਸਤੇ ਆਪਣੇ ਹੱਕ ਦਾ ਇਸਤੇਮਾਲ ਕੀਤਾ। ਚਰਨਜੀਤ ਸਿੰਘ ਚੰਨੀ ਉਹ 2 ਹਲਕਿਆਂ ਤੋਂ ਚੋਣ ਲੜ ਰਹੇ ਸਨ, ਚਮਕੌਰ ਸਾਹਿਬ ਅਤੇ ਭਦੌੜ। ਚਮਕੌਰ ਸਾਹਿਬ ਦੇ ਵਿੱਚ 68% ਅਤੇ ਭਦੌੜ ਦੇ ਵਿੱਚ 71.30% ਲੋਕਾਂ ਨੇ ਵੋਟ ਪਾਈ ਹੈ। ਭਗਵੰਤ ਮਾਨ ਧੂਰੀ ਤੋਂ ਚੋਣ ਲੜ ਰਹੇ ਸੀ। ਭਗਵੰਤ ਮਾਨ ਦੇ ਹਲਕੇ ਦੇ ਵਿੱਚ 68%। ਸੁਖਬੀਰ ਬਾਦਲ ਜਲਾਲਾਬਾਦ ਹਲਕੇ ਤੋਂ ਚੋਣ ਮੈਦਾਨ ਵਿੱਚ ਸਨ, ਉਹਨਾਂ ਦੇ ਹਲਕੇ 77%। ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਈਸਟ ਤੋਂ ਚੋਣ ਮੈਦਾਨ ਵਿੱਚ ਸਨ, ਉੱਥੇ ਬਹੁਤ ਘੱਟ ਲੋਕ ਵੋਟ ਪਾਉਣ ਵਾਸਤੇ ਨਿਕਲੇ ਨੇ, ਸਿਰਫ 53%।
ਇਹ ਕੁਝ ਧੁਰੰਤਰ ਸਨ ਜਿਨ੍ਹਾਂ ਦੇ ਹਲਕਿਆਂ ਦੇ ਵਿੱਚ ਕਿੰਨੇ ਕੁ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ, ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ। ਤੇ ਹੁਣ ਕਿਉਂਕਿ ਹਲਕੇ ਤਾਂ 117 ਨੇ, ਪ੍ਰੋਗਰਾਮ ਲੰਬਾ ਹੋ ਜਾਏਗਾ, ਪਰ ਜੇ ਜ਼ਿਲ੍ਹਿਆਂ ਦੇ ਉੱਤੇ ਨਜ਼ਰ ਮਾਰੀਏ ਕਿ ਕਿਹੜੇ ਜ਼ਿਲ੍ਹੇ ਦੇ ਕਿੰਨੇ ਫੀਸਦੀ ਲੋਕ ਵੋਟ ਪਾਉਣ ਵਾਸਤੇ ਨਿਕਲੇ, ਅੰਮ੍ਰਿਤਸਰ ਦੇ ਵਿੱਚ ਤਕਰੀਬਨ ਪੌਣੇ 58%, ਬਰਨਾਲਾ ਦੇ ਵਿੱਚ 68.3%, ਬਠਿੰਡਾ ਦੇ ਵਿੱਚ 70.7%, ਫਰੀਦਕੋਟ ਦੇ ਵਿੱਚ 66.54%, ਫਤਿਹਗੜ੍ਹ ਸਾਹਿਬ ਦੇ ਵਿੱਚ 67.56%, ਫਾਜ਼ਿਲਕਾ ਦੇ ਵਿੱਚ 73.59%, ਫਿਰੋਜ਼ਪੁਰ ਦੇ ਵਿੱਚ 66.26%, ਗੁਰਦਾਸਪੁਰ ਦੇ ਵਿੱਚ 65.24%, ਹੁਸ਼ਿਆਰਪੁਰ ਦੇ 62.91%, ਜਲੰਧਰ ਦੇ ਵਿੱਚ ਤਕਰੀਬਨ 61%, ਕਪੂਰਥਲਾ ਦੇ ਵਿੱਚ 62.46%, ਲੁਧਿਆਣਾ ਦੇ ਵਿੱਚ ਤਕਰੀਬਨ 59.59%, 59.45%, ਮਾਨਸਾ ਦੇ ਵਿੱਚ ਤਕਰੀਬਨ 75%, 75.24% ਬਣਦਾ ਹੈ, ਮੋਗਾ ਦੇ ਵਿੱਚ 61.24%, ਮਲੇਰਕੋਟਲਾ ਦੇ ਵਿੱਚ 72.84%, ਪਠਾਨਕੋਟ ਦੇ ਵਿੱਚ 67.72%, ਪਟਿਆਲਾ ਦੇ ਵਿੱਚ 65.89%, ਰੂਪਨਗਰ ਦੇ ਵਿੱਚ 66.31%, ਮੋਹਾਲੀ ਦੇ ਵਿੱਚ 53.10%, ਸੰਗਰੂਰ ਦੇ ਵਿੱਚ 70.40%, ਨਵਾਂ ਸ਼ਹਿਰ ਦੇ ਵਿੱਚ 64.03%, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 72% ਅਤੇ ਤਰਨਤਾਰਨ ਦੇ ਵਿੱਚ ਤਕਰੀਬਨ 60.5% ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਤੇ ਹੁਣ ਇਹਨਾਂ ਚੋਣਾਂ ਦੇ ਨਤੀਜੇ ਆਉਣੇ ਨੇ 10 ਮਾਰਚ ਨੂੰ। ਉਦੋਂ ਤੱਕ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਸਾਰੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਰਹਿਣੀਆਂ ਨੇ, ਪਰ 2017 ਦੇ ਵਿੱਚ ਕਿਹੜੀ ਪਾਰਟੀ ਨੂੰ ਕਿਹੜੇ ਹਲਕੇ ਚੋਂ ਕਿੰਨੀਆਂ ਕੁ ਸੀਟਾਂ ਮਿਲੀਆਂ ਸੀ, ਕਿਹੜੇ ਖਿੱਤੇ ਚੋਂ। ਕੁੱਲ ਪਈਆਂ ਵੋਟਾਂ ਦਾ ਜਿਹੜਾ ਮੈਂ ਤੁਹਾਡੇ ਨਾਲ ਫੀਸਦੀ ਸਾਂਝਾ ਕਰ ਰਿਹਾ ਸੀ ਕਿ 2017 ਦੀਆਂ ਚੋਣਾਂ ਦੇ ਵਿੱਚ 77.40% ਸੀ। ਕਾਂਗਰਸ ਨੂੰ 117 ਦੇ ਵਿੱਚੋਂ 77 ਮਿਲੀਆਂ ਸੀ, ਅਕਾਲੀ ਦਲ ਨੂੰ 117 ਦੇ ਵਿੱਚੋਂ 15 ਮਿਲੀਆਂ ਸੀ, ਆਮ ਆਦਮੀ ਪਾਰਟੀ ਨੂੰ 117 ਦੇ ਵਿੱਚੋਂ 20 ਮਿਲੀਆਂ ਸੀ, ਭਾਜਪਾ ਨੂੰ 23 ਸੀਟਾਂ ਤੇ ਚੋਣ ਲੜੀ ਸੀ, ਭਾਵ 117 ਦੇ ਵਿੱਚੋਂ ਸਿਰਫ 3 ਮਿਲੀਆਂ ਸੀ। ਲੋਕ ਇਨਸਾਫ ਪਾਰਟੀ ਨੇ 5 ਥਾਂ ਤੋਂ ਚੋਣ ਲੜੀ ਸੀ, ਸਿਰਫ 2 ਹਲਕਿਆਂ ਤੋਂ ਜਿੱਤ ਦਰਜ ਕੀਤੀ ਸੀ। ਤੇ ਜੇਕਰ ਹੁਣ ਜ਼ੋਨ ਵਾਈਜ਼ ਦੇਖੀਏ, ਮਾਝਾ, ਮਾਲਵਾ ਤੇ ਦੁਆਬਾ ਦੇ ਵਿੱਚੋਂ ਕਿੱਥੋਂ ਕਿਹਨੂੰ ਕਿੰਨੀਆਂ ਮਿਲੀਆਂ ਸੀ। ਕਾਂਗਰਸ ਨੂੰ ਮਾਝੇ ਦੇ ਵਿੱਚੋਂ 22, ਦੁਆਬੇ ਦੇ ਵਿੱਚੋਂ 15 ਅਤੇ ਨਾਲ ਮਾਲਵੇ ਦੇ ਵਿੱਚੋਂ 40 ਹਲਕਿਆਂ ਦੇ ਵਿੱਚੋਂ ਜਿੱਤ ਦਰਜ ਕੀਤੀ ਸੀ। ਕੁੱਲ 77 ਸੀਟਾਂ ਉਹਨਾਂ ਨੂੰ ਮਿਲ ਗਈਆਂ ਸੀ। ਅਕਾਲੀ ਦਲ ਨੂੰ ਮਾਝੇ ਦੇ ਵਿੱਚੋਂ 2 ਮਿਲੀਆਂ ਸੀ, ਦੁਆਬੇ ਦੇ ਵਿੱਚੋਂ 5 ਮਿਲੀਆਂ ਸੀ ਅਤੇ ਸਭ ਤੋਂ ਵੱਡੇ ਖੇਤਰ ਮਾਲਵੇ ਦੇ ਵਿੱਚੋਂ ਵੀ ਸਿਰਫ 8 ਸੀਟਾਂ ਮਿਲੀਆਂ ਸੀ। ਆਮ ਆਦਮੀ ਪਾਰਟੀ ਨੂੰ ਮਾਝੇ ਦੇ ਵਿੱਚੋਂ ਸਿਰਫ 2 ਮਿਲੀਆਂ ਸੀ ਅਤੇ ਮਾਲਵੇ ਦੀਆਂ 69 ਦੇ ਵਿੱਚੋਂ 18 ਮਿਲੀਆਂ ਸੀ। ਭਾਰਤੀ ਜਨਤਾ ਪਾਰਟੀ ਨੂੰ ਮਾਝੇ ਚੋਂ, ਮਾਲਵੇ ਚੋਂ, ਦੁਆਬੇ ਚੋਂ, ਭਾਵ ਸਾਰਿਆਂ ਨੇ ਮਾਣ ਬਰਾਬਰ ਦਾ ਰੱਖਿਆ ਸੀ। ਸਾਰਿਆਂ ਖੇਤਰਾਂ ਦੇ ਵਿੱਚੋਂ ਇੱਕ ਸੀਟ, ਭਾਵ ਕੁੱਲ 3 ਮਿਲ ਗਈਆਂ ਸੀ। ਲੋਕ ਇਨਸਾਫ ਪਾਰਟੀ ਨੂੰ ਮਾਲਵੇ ਦੇ ਵਿੱਚੋਂ 2 ਸੀਟਾਂ ਮਿਲੀਆਂ ਸੀ। ਹੁਣ ਚੋਣਾਂ ਦਾ ਜੋ ਵੀ ਸੀ ਤਾਮ-ਝਾਮ ਬਹੁਤ ਵੱਡੇ ਪੱਧਰ ਤੇ ਕੀਤਾ ਗਿਆ, ਕਰੋੜਾਂ ਰੁਪਏ ਖਰਚੇ ਗਏ, ਕਈਆਂ ਥਾਵਾਂ ਤੇ ਪੈਸਾ ਧੇਲਾ ਵੀ ਵੰਡਿਆ ਗਿਆ, ਕੁਝ ਹੋਰ ਸਮਾਨ ਵੀ ਦਿੱਤਾ ਗਿਆ, ਲਾਰੇ ਵੀ ਲਾਏ ਗਏ ਤੇ ਵਾਅਦੇ ਵੀ ਕੀਤੇ ਗਏ ਤੇ ਪੈਸਾ ਧੇਲਾ ਤੇ ਸ਼ਰਾਬ ਵੀ ਵਰਤਾਈ ਗਈ। ਪਰ ਜਨਤਾ ਨੇ ਆਪਣਾ ਫੈਸਲਾ EVM ਦੇ ਵਿੱਚ ਬੰਦ ਕਰ ਦਿੱਤਾ ਹੈ। ਜਿੰਨੀਆਂ ਵੀ ਸਿਆਸੀ ਪਾਰਟੀਆਂ, ਜਿੰਨੇ ਵੀ ਉਹਨਾਂ ਦੇ ਆਗੂ, ਉਹਨਾਂ ਨੇ ਦਾਅਵੇ ਬਥੇਰੇ ਕੀਤੇ ਨੇ ਤੇ ਹੁਣ ਵੀ ਅਕਾਲੀ ਵੀ ਕਹੀ ਜਾਂਦੇ ਨੇ ਤੇ ਬਾਕੀ ਵੀ ਕਹੀ ਜਾਂਦੇ ਨੇ ਕਿ ਜਿੱਤ ਸਾਡੀ ਹੋਏਗੀ, ਸਰਕਾਰ ਸਾਡੀ ਬਣੇਗੀ। ਹਾਲ ਦੀ ਘੜੀ ਕੁਝ ਨਹੀਂ ਆਖਿਆ ਜਾ ਸਕਦਾ ਕਿਉਂਕਿ ਇਸ ਵਾਰ ਪੰਜਾਬ ਦੇ ਵੋਟਰ ਨੇ ਆਪਣੀ ਸਥਿਤੀ ਦਰਅਸਲ ਸਪਸ਼ਟ ਕੀਤੀ ਹੋਈ ਨਹੀਂ। ਸਾਰੀਆਂ ਪਾਰਟੀਆਂ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀਆਂ ਨੇ, ਪਰ ਹੁਣ 10 ਮਾਰਚ ਨੂੰ ਪਤਾ ਲੱਗਣਾ ਹੈ ਕਿ ਕਿਹਦੇ ਦਾਅਵੇ 'ਚ ਕਿੰਨਾ ਕਦਮ। ਸਿਆਸਤ ਦੇ ਇਸ ਖੇਡ ਦੇ ਵਿੱਚ ਅਸਲੀ ਖਿਡਾਰੀ ਕੌਣ? ਪੰਜਾਬ ਦੇ ਵੋਟਰਾਂ ਨੇ ਪੰਜਾਬ ਦਾ ਸਰਤਾਜ ਕਿਹਨੂੰ ਬਣਾਇਆ? ਇਹ ਵੇਖਣਾ ਹੋਏਗਾ 10 ਮਾਰਚ ਨੂੰ। ਜੋ ਨਤੀਜੇ ਆਉਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ। ਪਰ ਵੋਟ ਪਾਉਣ ਗਏ
ਦੋ ਥਾਵਾਂ ਦੇ ਉੱਤੋਂ ਖਬਰ ਮਿਲੀ ਕਿ ਦਿਲ ਦਾ ਦੌਰਾ ਪੈਣ ਦੇ ਕਾਰਨ ਦੋ ਵਿਅਕਤੀਆਂ ਦੀ ਮੌਤ, ਭਾਵੇਂ ਕਈਆਂ ਥਾਵਾਂ ਦੇ ਉੱਤੇ ਝਗੜੇ ਵੀ ਹੋਏ। ਖੰਨਾ ਦੇ ਵਿੱਚ 80 ਵਰ੍ਹਿਆਂ ਦਾ ਇੱਕ ਬਜ਼ੁਰਗ ਸੀ, ਉਹ ਵੋਟ ਪਾਉਣ ਗਿਆ ਬੂਥ ਦੇ ਉੱਤੇ, ਦਿਲ ਦਾ ਦੌਰਾ ਪਿਆ। ਬੂਥ ਨੰਬਰ ਸੀ ਖੰਨਾ ਦਾ 121, ਖੰਨਾ ਦਾ AS ਹਾਈ ਸਕੂਲ। ਉੱਥੋਂ ਦੇ ਸੇਵਾ ਮੁਕਤ ਮਾਸਟਰ ਦੀਵਾਨ ਚੰਦ, ਉਹ ਜਿਉਂ ਹੀ ਵੋਟ ਪਾਉਣ ਵਾਸਤੇ ਪੋਲਿੰਗ ਸਟੇਸ਼ਨ ਤੇ ਗਏ ਤਾਂ ਉੱਥੇ ਅਚਾਨਕ ਧੜਮ ਕਰਕੇ ਡਿੱਗੇ। ਤੁਰੰਤ ਬੂਥ ਦੇ ਸਾਹਮਣੇ ਇੱਕ ਪ੍ਰਾਈਵੇਟ ਹਸਪਤਾਲ, ਉੱਥੇ ਉਹਨਾਂ ਨੂੰ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਾ ਬਣਦਾ ਕਿ ਚੋਣ ਕਮਿਸ਼ਨ ਦੇ ਹੁਕਮ ਸੀ, ਹੁਕਮਾਂ ਦੇ ਮੁਤਾਬਕ 80 ਵਰ੍ਹਿਆਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਦੀ ਵੋਟ ਘਰ ਜਾ ਕੇ ਬੈਲਟ ਪੇਪਰ ਤੇ ਪਵਾਉਣੀ ਸੀ, ਪਰ ਪ੍ਰਸ਼ਾਸਨ ਨੇ ਉਹਨਾਂ ਤੋਂ ਵੋਟ ਨਹੀਂ ਸੀ ਪਵਾਈ। ਇਸ ਸੰਬੰਧੀ ਰਿਟਰਨਿੰਗ ਅਫਸਰ ਖੰਨਾ ਮਨਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਨੇ ਖੁਦ ਸਹੂਲਤ ਲੈਣ ਲਈ ਬੇਨਤੀ ਕਰਨੀ ਸੀ। ਉਹਨਾਂ ਨੇ ਦੱਸਣਾ ਸੀ ਕਿ ਸਾਡੀ ਵੋਟ ਘਰ ਆ ਕੇ ਪਵਾ ਲਈ ਜਾਵੇ। ਜਿਸ ਬਜ਼ੁਰਗ ਨੇ 13 ਫਰਵਰੀ ਤੱਕ ਅਰਜ਼ੀ ਦੇ ਦਿੱਤੀ ਸੀ, ਉਹ ਕਹਿੰਦੇ ਉਹਨਾਂ ਦੀਆਂ ਵੋਟਾਂ ਘਰ ਜਾ ਕੇ ਪਵਾ ਲਈਆਂ। ਮ੍ਰਿਤਕ ਦਾ ਪੁੱਤਰ ਰਵੀ ਕੁਮਾਰ, ਉਹ ਕੇਂਦਰੀ GST ਵਿਭਾਗ 'ਚ ਸੁਪਰਡੈਂਟ ਨੇ ਅਤੇ ਖਮਾਣੋ ਤਹਿਸੀਲ ਵਿੱਚ ਉਹਨਾਂ ਦੀ ਡਿਊਟੀ ਸੀ। ਉਹਨਾਂ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਨੇ ਮੌਕੇ ਤੇ ਆ ਕੇ ਸਾਰੀ ਸਥਿਤੀ ਵੇਖੀ ਤੇ ਇਸੇ ਤਰ੍ਹਾਂ ਇੱਕ ਹੋਰ ਜਾਣਕਾਰੀ ਮਿਲੀ ਹਲਕਾ ਭੁੱਚੋ ਚੋਂ। ਭੁੱਚੋ ਦੇ ਆਉਂਦਾ ਪਿੰਡ ਆਕਲੀਆਂ ਕਲਾਂ। ਆਕਲੀਆਂ ਕਲਾਂ ਦੇ ਵਿੱਚੋਂ ਵੀ ਇੱਕ ਬਜ਼ੁਰਗ ਵੋਟ ਪਾਉਣ ਵਾਸਤੇ ਪੋਲਿੰਗ ਸਟੇਸ਼ਨ ਤੇ ਗਏ ਤੇ ਉਹਨਾਂ ਦਾ ਨਾਮ ਹਰਬੰਸ ਸਿੰਘ ਦੱਸਿਆ ਗਿਆ ਹੈ ਤੇ ਤਕਰੀਬਨ ਉਹਨਾਂ ਦੀ ਉਮਰ 65 ਵਰ੍ਹੇ ਸੀ। ਆਕਲੀਆਂ ਕਲਾਂ ਦੇ ਬੂਥ ਨੰਬਰ 11 'ਚ ਜਦੋਂ ਉਹ ਗੇਟ ਤੇ ਵੋਟ ਪਾਉਣ ਦੀ ਉਡੀਕ ਕਰ ਰਹੇ ਸੀ, ਅਚਾਨਕ ਉਹਨਾਂ ਨੂੰ ਵੀ ਦਿਲ ਦਾ ਦੌਰਾ ਪਿਆ ਅਤੇ ਉਹ ਵੀ ਉਹਨਾਂ ਦੇ ਵਾਸਤੇ ਜਾਨਲੇਵਾ ਸਾਬਤ ਹੋਇਆ। ਸੋ ਹੁਣ ਇਹ ਤੁਸੀਂ ਦੇਖੋ ਕਿ ਇਸ ਕਰਕੇ ਆਪਾਂ ਕਹਿੰਦੇ ਆ ਕਿ ਇਨਸਾਨ ਦਾ ਇੱਕ ਦਮ ਦਾ ਪਤਾ ਨਹੀਂ। ਘਰੋਂ ਗਏ ਸੀ ਭਵਿੱਖ ਲਿਖਣ ਵਾਸਤੇ, ਕਿਸੇ ਉਮੀਦਵਾਰ ਨੂੰ ਜਿਤਾਉਣ ਤੇ ਕਿਸੇ ਨੂੰ ਹਰਾਉਣ, ਪਰ ਵੋਟ ਪਾ ਨਹੀਂ ਸਕੇ। ਪਰ ਕਈ ਪਿੰਡ ਉਹ ਵੀ ਨੇ, ਸਮੁੱਚੇ ਦੇ ਸਮੁੱਚੇ ਪਿੰਡ ਨੇ ਇਹਨਾਂ ਵੋਟਾਂ ਦਾ ਬਾਈਕਾਟ ਕੀਤਾ। ਪਰ ਕਈਆਂ ਪਾਸਿਆਂ ਤੋਂ ਖਬਰਾਂ ਚੰਗੀਆਂ ਵੀ ਆਈਆਂ, ਕਿਉਂਕਿ ਸਿਆਸਤਦਾਨ ਅੱਜ ਤੱਕ ਤੁਹਾਨੂੰ ਲੜਾਉਂਦੇ ਰਹੇ, ਝਗੜਦੇ ਰਹੇ ਤੁਸੀਂ ਉਹਨਾਂ ਦੇ ਆਖੇ ਲੱਗ ਕੇ, ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਂਝੇ ਬੂਥ ਲੱਗੇ ਜਾਂ ਕਈਆਂ ਪਿੰਡਾਂ ਨੇ ਕਿਸੇ ਵੀ ਪਾਰਟੀ ਦਾ ਬੂਥ ਲਾਇਆ ਹੀ ਨਹੀਂ। ਇਹ ਚੰਗੀ ਤਵਾਰੀਖ ਲਿਖੀ ਹੈ ਤੁਸੀਂ। ਪਰ ਵੱਖੋ-ਵੱਖ ਪਾਰਟੀਆਂ ਦੇ ਲੀਡਰ ਧੂਆਂਧਾਰ ਪ੍ਰਚਾਰ ਕਰਦੇ ਰਹੇ, ਭਰਮਾਉਂਦੇ ਰਹੇ, ਅੱਡੀ ਚੋਟੀ ਦਾ ਜ਼ੋਰ ਲਾਉਂਦੇ ਰਹੇ। ਪਰ ਆ ਕਈ ਪਿੰਡ ਨੇ, ਉਹ ਪਿੰਡਾਂ ਦੇ ਵੋਟਰ ਨੇ ਜਿਨ੍ਹਾਂ ਨੇ ਇਹਨਾਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ। ਹਲਕਾ ਭੋਆ 'ਚ ਪੈਂਦਾ ਪਿੰਡ ਲਸਿਆਣ ਦੇ ਵਸਨੀਕਾਂ ਨੇ ਜੇ ਪੁਲ ਨਹੀਂ ਤਾਂ ਵੋਟ ਨਹੀਂ ਇਹ ਨਾਅਰਾ ਲਾਇਆ ਅਤੇ ਇਸ ਨਾਅਰੇ ਦੇ ਤਹਿਤ ਇਹਨਾਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ। ਪਿੰਡ ਦੇ ਵਿੱਚੋਂ ਕਿਸੇ ਵੀ ਵੋਟਰ ਨੇ ਵੋਟ ਨਹੀਂ ਪਾਈ। ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਬੂਥ ਬਣਾਇਆ ਗਿਆ ਸੀ। ਪੋਲਿੰਗ ਸਟੇਸ਼ਨ ਦੇ ਉੱਤੇ ਜਿਹੜੀ ਅਮਲੇ ਦੀ ਟੀਮ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਡੀਆਂ ਚੁੱਕ ਕੇ ਵਹਿੰਦੀ ਰਹੀ, ਉਡੀਕਦੀ ਰਹੀ। ਸ਼ਾਮ ਤੱਕ ਕੋਈ ਵੀ ਵੋਟਰ ਉੱਥੇ ਵੋਟ ਪਾਉਣ ਵਾਸਤੇ ਗਿਆ ਨਾ। ਅਮਲਾ ਖਾਲੀ ਹੱਥ ਪਰਤਿਆ। ਜਾਣਕਾਰੀ ਅਨੁਸਾਰ ਉਸ ਪੋਲਿੰਗ ਬੂਥ ਤੇ ਕੁੱਲ 353 ਵੋਟਾਂ ਪੈਣੀਆਂ ਸੀ। ਵੋਟਾਂ ਦੇ ਬਾਈਕਾਟ ਦਾ ਜਿਹੜਾ ਮੁੱਖ ਕਾਰਨ ਹੈ ਮਕੌੜਾ ਪੱਤਣ ਦੱਸਿਆ ਜਾ ਰਿਹਾ ਹੈ। ਲਸਿਆਣ ਅਤੇ ਕਾਜਲਾ ਪਿੰਡਾਂ ਨੂੰ ਜਾਣ ਵਾਲੀ ਪਲਟੂਨ ਪੁਲ, ਜੋ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਚੁੱਕ ਲਈ ਜਾਂਦੀ ਹੈ, ਜਦੋਂ ਉਹ ਪੁਲ ਚੁੱਕ ਲਿਆ ਜਾਂਦਾ ਹੈ ਤਾਂ ਫਿਰ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਦਰਜਨਾਂ ਪਿੰਡ ਨੇ ਜਿਨ੍ਹਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਜਾਂਦਾ ਹੈ। ਉਹ ਕਹਿੰਦੇ ਆਜ਼ਾਦੀ ਆਈ ਨੂੰ 75 ਸਾਲ ਹੋ ਗਏ ਤੇ 70 ਸਾਲ ਆ ਲੋਕ ਸਾਨੂੰ ਸਿਆਸੀ ਪਾਰਟੀਆਂ ਲਾਰੇ ਲਾਉਂਦੀਆਂ ਆਈਆਂ। ਉਹਨਾਂ ਨੇ ਇੱਥੋਂ ਤੱਕ ਬੀਤੇ ਦਿਨੀ ਤੁਹਾਨੂੰ ਇੱਕ ਖਬਰ ਦਿਖਾਈ ਸੀ ਪ੍ਰੋਗਰਾਮ ਪੰਜਾਬ ਬੋਲਦਾ 'ਚ। ਉਹ ਕਹਿੰਦੇ ਸੀ ਪਿਛਲੀਆਂ ਚੋਣਾਂ ਤੋਂ ਬਾਅਦ ਸਾਡੇ ਇੱਥੇ ਮਨਪ੍ਰੀਤ ਬਾਦਲ ਹੋਰਾਂ ਨੇ ਆ ਕੇ ਕਿਹਾ ਸੀ, ਜੋ ਖਜ਼ਾਨਾ ਮੰਤਰੀ ਸੀ, ਕਿ ਅਗਲੀ ਚੋਣ ਤੋਂ ਪਹਿਲਾਂ ਮੈਂ ਨਵੇਂ ਬਣੇ ਪੁਲ ਦੇ ਉੱਤੋਂ ਦੀ ਲੰਘ ਕੇ ਕਾਰ ਲੰਘਾ ਕੇ ਫਿਰ ਤੁਹਾਡੇ ਕੋਲੇ ਵੋਟਾਂ ਮੰਗਣ ਆਵਾਂਗਾ, ਪਰ ਆਇਆ ਨਹੀਂ ਕੋਈ। ਇਸ ਤਰ੍ਹਾਂ ਗੜ੍ਹਸ਼ੰਕਰ ਤਹਿਸੀਲ ਦਾ ਪਿੰਡ ਹੈ ਬਸਿਆਲਾ ਪਿੰਡ ਦੇ ਵਸਨੀਕਾਂ ਨੇ ਵੀ ਮੁਕੰਮਲ ਤੌਰ ਤੇ ਕਿਸੇ ਨੇ ਵੀ ਵੋਟ ਨਹੀਂ ਪਾਈ ਤੇ ਬਾਈਕਾਟ ਰੱਖਿਆ। ਇਹ ਪਿੰਡ ਨਵਾਂ ਸ਼ਹਿਰ ਜੇਜੋਂ ਰੇਲਵੇ ਟਰੈਕ ਤੇ ਪੈਂਦਾ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਤਕਰੀਬਨ 10 ਦਿਨ ਤੋਂ ਰੇਲਵੇ ਫਾਟਕ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਧਰਨਾ ਵੀ ਦਿੱਤਾ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇੱਥੇ ਮਨੁੱਖ ਰਹਿਤ ਫਾਟਕ ਹੋਇਆ ਕਰਦਾ ਸੀ, ਜਿਹਨੂੰ ਰੋਡਾ ਫਾਟਕ ਵੀ ਆਪਾਂ ਕਹਿ ਦਿੰਦੇ ਹਾਂ ਕਿ ਰੋਡੇ ਫਾਟਕ ਸੀ, ਪਰ ਰੇਲਵੇ ਵਿਭਾਗ ਨੇ ਤਕਰੀਬਨ 3 ਸਾਲ ਪਹਿਲਾਂ ਉਹ ਫਾਟਕ ਬੰਦ ਕਰ ਦਿੱਤਾ ਸੀ। ਪਿੰਡ ਦੇ ਲੋਕ ਕਹਿੰਦੇ ਉਹ ਫਾਟਕ ਖੋਲ੍ਹਿਆ ਜਾਵੇ, ਇਹ ਪਿੰਡ ਦੇ ਲੋਕਾਂ ਦੀ ਮੰਗ ਸੀ।
ਉਹ ਕਹਿੰਦੇ ਕਿਸੇ ਵੀ ਰਾਜਨੀਤਿਕ ਪਾਰਟੀ ਨੇ, ਕਿਸੇ ਵੀ ਆਗੂ ਨੇ ਸਾਡੀ ਇਸ ਮੰਗ ਦੇ ਵਿੱਚ ਕੋਈ ਦਿਲਚਸਪੀ ਦਿਖਾਈ ਹੋਈ ਨਹੀਂ, ਜਿਸ ਦੇ ਕਾਰਨ ਪਹਿਲਾਂ ਤਾਂ ਪਿੰਡ ਦੇ ਲੋਕਾਂ ਨੇ ਫਿਰ ਉਸ ਫਾਟਕ ਦੇ ਉੱਤੇ ਧਰਨਾ ਦਿੱਤਾ, ਫਿਰ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਕਿ ਪਿੰਡ ਦਾ ਕੋਈ ਵੀ ਜੀ, ਕੋਈ ਵੀ ਵੋਟਰ ਵੋਟ ਨਹੀਂ ਪਾਊਗਾ। ਐਸਡੀਐਮ ਵੀ ਗਏ, ਰਿਟਰਨਿੰਗ ਅਫਸਰ ਵੀ ਗਏ, ਡੀਐਸਪੀ ਵੀ ਗਿਆ, ਕੁਝ ਹੋਰ ਅਫਸਰਾਂ ਨੇ ਵੀ, ਕੁਝ ਹੋਰ ਅਧਿਕਾਰੀਆਂ ਨੇ ਵੀ ਪਿੰਡ ਦੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਵੋਟ ਪਾ ਦਿਓ। ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਫੈਸਲਾ ਕਰ ਲਿਆ ਕਿ ਕੋਈ ਵਿਅਕਤੀ ਵੋਟ ਨਹੀਂ ਪਾਊਗਾ। ਇਸੇ ਤਰ੍ਹਾਂ ਬਹਿਬਲ ਕਲਾਂ ਗੋਲੀकांड ਦੇ ਪੀੜਤ ਪਰਿਵਾਰਾਂ ਨੇ ਵੀ ਇਹਨਾਂ ਚੋਣਾਂ ਦੇ ਵਿੱਚ ਬਿਲਕੁਲ ਹਿੱਸਾ ਨਹੀਂ ਲਿਆ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਪੀੜਤ ਪਰਿਵਾਰ ਗੋਲੀकांड ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੁੰਦਾ ਹੈ, ਔਰ ਸਜ਼ਾ ਮਿਲਣੀ ਵੀ ਚਾਹੀਦੀ ਹੈ। ਅਸਲ ਦੇ ਵਿੱਚ ਉਹਨਾਂ ਨੂੰ ਧਰਨਾ ਮੁਜ਼ਾਹਰਾ ਕਰਨ ਦੀ ਲੋੜ ਪੈਣੀ ਨਹੀਂ ਸੀ ਚਾਹੀਦੀ। ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਉੱਥੇ ਧਰਨਾ ਲੱਗਿਆ ਸੀ, ਪਰ ਉਹ ਧਰਨਾ ਆ ਮੌਜੂਦਾ ਸਰਕਾਰ ਦੇ ਕੁਝ ਐਮਐਲਏ ਤੇ ਕੁਝ ਮੰਤਰੀਆਂ ਨੇ ਵਿਸ਼ਵਾਸ ਦਿਵਾ ਕੇ ਚੁਕਾ ਦਿੱਤਾ ਸੀ। ਹੁਣ ਬੀਤੇ 3 ਮਹੀਨਿਆਂ ਤੋਂ ਘਟਨਾ ਵਾਲੀ ਸਥਾਨ ਤੇ ਦੁਬਾਰਾ ਧਰਨਾ ਮਾਰ ਕੇ ਬੈਠੇ ਆਓ। ਉਹ ਕਹਿੰਦੇ ਕਿਸੇ ਵੀ ਪਾਰਟੀ ਨੇ, ਕਿਸੇ ਵੀ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ। ਬਹਿਬਲ ਕਲਾਂ ਗੋਲੀकांड ਦੇ ਵਿੱਚ ਸ਼ਹੀਦ ਹੋ ਗਏ ਸਨ ਕ੍ਰਿਸ਼ਨ ਭਗਵਾਨ, ਉਹਨਾਂ ਦੇ ਪੁੱਤਰ ਸੁਖਰਾਜ ਸਿੰਘ ਉੱਥੇ ਧਰਨਾ ਮਾਰ ਕੇ ਬੈਠੇ ਹੈ। ਉਹ ਕਹਿੰਦੇ ਲਗਭਗ 7 ਸਾਲ ਬੀਤ ਗਏ, ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਤੇ ਉਹਨਾਂ ਨੂੰ ਇਨਸਾਫ ਦੀ ਇਸ ਵਕਤ ਉਮੀਦ ਵੀ ਹੈ ਨਹੀਂ। ਪਰ ਉਹ ਰੋਸ ਵਜੋਂ ਉੱਥੇ ਧਰਨਾ ਮਾਰ ਕੇ ਬੈਠੇ ਹੈ। ਇਸ ਰੋਸ ਵਜੋਂ ਹੀ ਉਹਨਾਂ ਨੇ ਵੋਟ ਵੀ ਨਹੀਂ ਪਾਈ। ਦੱਸਣਾ ਬਣਦਾ ਕਿ ਜ਼ਿਲ੍ਹਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਬਹਿਬਲ ਕਲਾਂ, ਜੈਤੋਂ ਵਿਧਾਨ ਸਭਾ ਹਲਕੇ 'ਚ ਪੈਂਦਾ ਤੇ ਹਲਕਾ ਰਾਖਵਾਂ ਹੈ। ਇਸ ਰਾਖਵੇਂ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵਿੱਚ ਸਖਤ ਮੁਕਾਬਲਾ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਗੋਲੀकांड ਵਾਪਰਿਆ ਸੀ, 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਉਹਦੇ ਤੋਂ ਬਾਅਦ ਸਿੱਟ ਟੀਮਾਂ ਵੀ ਬਣਦੀਆਂ ਰਹੀਆਂ ਤੇ ਇੱਕ ਟੀਮ ਨੇ ਆਪਣੀ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਵੀ ਕੀਤੀ, ਪਰ ਉਹਦੇ ਤੇ ਹਾਲੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ। ਪੀੜਤ ਧਿਰਾਂ ਅਤੇ ਸਿੱਖ ਕੌਮ ਦਾ ਹਿਰਦਾ ਹਾਲੇ ਵੀ ਵਲੂੰਦ ਰਿਹਾ ਹੋਇਆ ਹੈ। ਤੇ ਮੈਂ ਦੱਸ ਦਿਆਂ ਕਿ 2017 ਦੀ ਚੋਣ ਦੇ ਵਿੱਚ ਵੀ ਇਹ ਇੱਕ ਵੱਡਾ ਚੋਣ ਮੁੱਦਾ ਸੀ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਤਕਰੀਬਨ 9.5% ਦੇ ਨੇੜੇ ਤੇੜ ਆਪਣੇ ਕੇਡਰ ਤੋਂ ਹੱਥ ਧੋਣੇ ਪੈ ਗਏ ਸੀ। ਉਹਦੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ, ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਇਨਸਾਫ ਦਿਵਾਵਾਂਗੇ। 5 ਸਾਲ ਸਰਕਾਰ ਉਹ ਚੱਲ ਗਈ ਤੇ ਵਿੱਚ ਹੀ ਕੁਝ ਸਮਾਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਰਹੇ, ਪਰ ਅੱਜ ਵੀ ਪਰਿਵਾਰ ਇਨਸਾਫ ਦੀ ਉਡੀਕ ਵਿੱਚ ਨੇ ਤੇ ਉੱਥੇ ਰੋਸ ਵਜੋਂ ਧਰਨਾ ਲਾ ਕੇ ਬੈਠੇ ਹੈ। ਸੱਚਮੁੱਚ ਇੱਥੇ ਇੱਕ ਖੜੇ ਨੇ ਲੋਕ ਤੇ ਇੱਥੇ ਇੱਕ ਖੜੀਆਂ ਨੇ ਸਰਕਾਰਾਂ। ਹੁਣ ਨਤੀਜੇ ਦੱਸਣਗੇ ਕਿ ਸੱਚਮੁੱਚ ਤਬਦੀਲੀ ਦਾ ਸੰਕੇਤ ਸੀ ਜਾਂ ਨਹੀਂ। ਪਰ ਜਦੋਂ ਵੀ ਵੋਟ ਸ਼ੇਅਰ ਘੱਟ ਹੁੰਦਾ ਹੈ, ਇਹਦਾ ਮਤਲਬ ਉਹ ਤਬਦੀਲੀ ਦਾ ਸੂਚਕਾਂਕ ਨਹੀਂ ਮੰਨਿਆ ਜਾਂਦਾ, ਤਬਦੀਲੀ ਦਾ ਸੰਕੇਤ ਨਹੀਂ ਮੰਨਿਆ ਜਾਂਦਾ। ਜਿੱਥੇ ਪੋਲਿੰਗ ਜ਼ਿਆਦਾ ਹੁੰਦੀ ਆ ਉਹ ਐਂਟੀ ਇਨਕੰਬੈਂਸੀ, ਭਾਵ ਜਿਹੜੀ ਮੌਜੂਦਾ ਸੱਤਾਧਾਰੀ ਧਿਰ ਹੁੰਦਾ ਉਹਦੇ ਵਿਰੋਧ ਦੇ ਵਿੱਚ ਲੋਕ ਭੁਗਤਦੇ ਨੇ। ਸ਼ਾਇਦ ਇਸ ਕਰਕੇ ਕਾਂਗਰਸੀ ਕੁਝ ਖੁਸ਼ ਵੀ ਨਜ਼ਰ ਆ ਰਹੇ ਨੇ ਕਿ ਪਿਛਲੀ ਵਾਰ ਨਾਲੋਂ ਵੋਟਾਂ ਲੋਕਾਂ ਨੇ ਘੱਟ ਪਾਈਆਂ ਨੇ। ਸ਼ਾਇਦ ਜਿਹੜੇ ਆਪ ਵਾਲੇ ਕੱਛਾਂ ਵਜਾਉਂਦੇ ਸੀ ਕਿ ਉਹ ਉਹਨਾਂ ਦੀ ਗੱਲ ਨਾ ਬਣ ਸਕੇ। ਸ਼ਾਇਦ ਜਿਹੜਾ ਸੰਯੁਕਤ ਸਮਾਜ ਮੋਰਚਾ ਕਹਿੰਦਾ ਸੀ ਕਿ ਸਾਡੀ ਜਿੱਤ ਹੋ ਜੂ, ਸ਼ਾਇਦ ਉਹਨਾਂ ਦੀ ਇਹ ਗੱਲ ਨਾ ਹੋ ਸਕੇ। ਪਰ ਹਾਲੇ ਚਲੋ 10 ਤਰੀਕ ਤੱਕ ਖਿਆਲ ਚੰਗੇ ਨੇ। ਸਾਰਿਆਂ ਨੂੰ ਮੁੱਖ ਮੰਤਰੀ ਬਣੇ ਰਹਿਣ ਦਿਓ, ਸਾਰਿਆਂ ਨੂੰ ਐਮਐਲਏ ਬਣੇ ਰਹਿਣ ਦਿਓ। ਕੌਣ ਜਿੱਤਦਾ ਕੌਣ ਹਾਰਦਾ ਵੱਡੇ ਵੱਡੇ ਲੀਡਰਾਂ ਦਾ ਹੋ ਸਕਦਾ ਕਿ ਸਫਾਇਆ ਹੋ ਜਾਵੇ, ਪਰ ਕੀ ਲੋਕਾਂ ਨੇ ਜ਼ਮੀਰ ਜਾਗਦੀ ਰੱਖੀ ਜਾਂ ਲੋਕਾਂ ਨੇ ਜ਼ਮੀਰਾਂ ਆਖਰੀ ਐਨ ਮੌਕੇ ਤੇ ਆ ਕੇ ਵੇਚੀਆਂ? ਕਿਉਂਕਿ ਐਨ ਆਖਰੀ ਮੌਕੇ ਤੇ ਫੇਰ ਬਦਲ ਹੋਏ ਨੇ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਡੇਰੇ ਵਾਲਿਆਂ ਨੇ ਦਰਅਸਲ ਲੋਕਾਂ ਦੇ ਜ਼ਖਮਾਂ ਤੇ ਲੂਣ ਭੁੱਕਿਆ, ਕਿਉਂਕਿ ਐਨ ਆਖਰੀ ਮੌਕੇ ਫੁੱਲ ਅਤੇ ਤੱਕੜੀ ਨੂੰ ਵੋਟ ਪਾਉਣ ਦਾ ਉਹਨਾਂ ਨੇ ਜਨਤਕ ਸੁਨੇਹਾ ਜਿਹੜਾ ਹੋ ਗਿਆ ਬਾਅਦ ਵਿੱਚ ਭਾਵੇਂ ਭੇਜਿਆ ਗੁਪਤ ਸੀ, ਉਹ ਲੋਕਾਂ ਨੂੰ ਪਤਾ ਲੱਗ ਗਿਆ। ਪਰ ਵੇਖੋ ਕਿ ਉਹਨਾਂ ਦਾ ਗੁਪਤ ਸੁਨੇਹਾ ਜਿਹੜਾ ਜਨਤਕ ਹੋਇਆ ਤੇ ਕਿ ਤੱਕੜੀ ਤੇ ਫੁੱਲ ਦਾ ਖਿਆਲ ਰੱਖਿਓ ਕਿ ਸੱਚਮੁੱਚ ਉਹਦੇ ਨਾਲ ਜਿਹੜੇ ਨਤੀਜੇ ਆਉਣਗੇ ਉਹਨਾਂ ਦੇ ਵਿੱਚ ਕੋਈ ਫੇਰਬਦਲ ਹੁੰਦਾ ਹੈ ਜਾਂ ਨਹੀਂ, 10 ਮਾਰਚ ਤੱਕ ਉਡੀਕਾਂਗੇ। ਪਰ ਆਹ ਸੱਚਮੁੱਚ ਇੱਕ ਬਹੁਤ ਮੰਦਭਾਗੀ ਖਬਰ ਮਿਲੀ ਹੈ। ਘਰ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਹੁੰਦਾ ਜਦੋਂ ਘਰ ਦੇ ਵਿੱਚ ਕਿਸੇ ਬੱਚੇ ਦਾ ਵਿਆਹ ਹੋਵੇ। ਰਾਜਸਥਾਨ ਦੇ ਕੋਟਾ ਦੇ ਵਿੱਚੋਂ ਖਬਰ ਮਿਲੀ ਹੈ ਕਿ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਬਰਾਤ ਜਾ ਰਹੀ ਸੀ, ਬਰਾਤ ਵਾਲੀ ਗੱਡੀ ਲਾੜੇ ਸਮੇਤ
ਚੰਬਲ ਨਦੀ ਵਿੱਚ ਡਿੱਗਦੀ ਹੈ। ਹਾਦਸੇ ਦੇ ਵਿੱਚ 9 ਲੋਕ ਮਾਰੇ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਕੋਟਾ ਦੇ ਇੱਕ ਛੋਟੇ ਜਿਹੇ ਪੁਲ ਤੇ ਵਾਪਰਿਆ। ਸਪੀਡ ਬ੍ਰੇਕਰ ਸੀ, ਗੱਡੀ ਤੇਜ਼ ਸੀ, ਉਹਦੇ ਤੋਂ ਕਾਰ ਬੇਕਾਬੂ ਹੋ ਗਈ। ਸ਼ਾਇਦ ਤੁਹਾਡੇ ਨਾਲ ਵੀ ਕਦੇ ਇੰਜ ਹੋਇਆ ਹੋਵੇ ਕਿ ਸਪੀਡ ਬ੍ਰੇਕਰ ਦੇਖਿਆ ਨਾ ਹੋਵੇ, ਤੁਸੀਂ ਤੇਜ਼ ਲੰਘਾਉਂਦੇ ਹੋ ਤੇ ਗੱਡੀ ਕਈ ਵਾਰੀ ਬੇਕਾਬੂ ਹੋ ਜਾਂਦੀ ਹੈ। ਕਈ ਫੁੱਟ ਹੇਠਾਂ ਚੰਬਲ ਨਦੀ ਵਿੱਚ ਜਾ ਕੇ ਡਿੱਗੀ। ਮਰਨ ਵਾਲਿਆਂ ਵਿੱਚ ਲਾੜਾ ਵੀ ਹੈ, ਉਹਦੇ ਪਰਿਵਾਰਕ ਮੈਂਬਰ ਵੀ ਨੇ ਅਤੇ ਡਰਾਈਵਰ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਰਾਤ ਮੱਧ ਪ੍ਰਦੇਸ਼ ਦੇ ਉਜੈਨ ਵੱਲੋਂ ਆ ਰਹੀ ਸੀ। ਮੌਕੇ ਤੇ ਉੱਚ ਅਧਿਕਾਰੀ ਪਹੁੰਚ ਗਏ ਸੀ, ਕ੍ਰੇਨ ਸੱਦ ਲਈ ਸੀ, ਕਾਰ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਸੀ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਸੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਸੀ। ਤੇ ਇਹ ਪਹਿਲਾ ਹਾਦਸਾ ਨਹੀਂ ਉੱਥੇ ਵਾਪਰਿਆ, ਕੁਝ ਸਮਾਂ ਪਹਿਲਾਂ ਵੀ ਉੱਥੇ 8 ਲੋਕਾਂ ਦੀ ਮੌਤ ਹੋ ਗਈ ਸੀ। ਸੱਚਮੁੱਚ ਇਹ ਮੰਦਭਾਗੀ ਘਟਨਾ ਹੈ। ਸਰਕਾਰ ਨੇ ਮ੍ਰਿਤਕਾਂ ਦੇ ਵਾਸਤੇ 2-2 ਲੱਖ ਰੁਪਏ, ਜੇ ਕਿਸੇ ਇੱਕ ਪਰਿਵਾਰ ਦੇ 2 ਜੀ ਇਸ ਹਾਦਸੇ 'ਚ ਮਰੇ ਨੇ ਉਹਨਾਂ ਨੂੰ 5-5 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕਰ ਦਿੱਤਾ ਤੇ ਡੂੰਘੇ ਦੁੱਖ ਦਾ ਇਜ਼ਹਾਰ ਵੀ ਕੀਤਾ ਹੈ। ਸੋ ਦੋਸਤੋ, ਇਹ ਸੀ ਅੱਜ ਦਾ ਆਪਣਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਜਾਣਕਾਰੀ ਭਰਪੂਰ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।